पग पंकज बंदन, पग पंकज बंदन। सिमरो अंगद दुख निकंदन, सिमरो अंगद दुख निकंदन। अमरदास गुर हृदय त्यागो, हृदय त्यागो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हरगोबिंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, वाहिगुरु परम कृपाला। श्री गुरु गोबिंद सिंह विसाला, तरों तरा पर पुन पुन सीसा, पुन पुन सीसा। बंदों बार बार जगदीशा, जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक अंकारा सतगुरु तह प्रसाद सच होए, वाहिगुरु जी की फतेह विघ्न विनाशन सोए। सतनाम श्री वाहिगुरु साहिब जी। श्री हर गोबिंद कह सुन शाहू, शरदा तरहें जगुर कर माहू। तिनके सदा सहायक अहैं, लाज आपनी को निर्बह। श्री हर गोबिंद कह सुन शाहू। सच्चे पातशाह गरीब नवाज, दीन दुनिया दे मालक, चवर छत्र तखत दे मालक, समरथ गुरु प्रतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप, दासां गरीबां सिखां सेवकां सबना दी इज्जत पत रखण वाले, दया करन वाले, रहमतां करन वाले, बख्शिशां करन वाले। धन 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 सच्चे पातशाह गरीब नवाज सतगुरु जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के कहो जी, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु गरीब नवाज सच्चे पातशाह जी की कृपा हुई है। आप जी हाजर नाजर सतगुरु धन धन श्री गुरु ग्रंथ साहिब जी की पवित्र हाजरी विच बैठ के
ਗੁਰਬਾਣੀ ਜੀ ਦੇ ਪਾਠ ਕੀਰਤਨ ਆਪ ਜੀ ਨੇ ਸਰਵਣ ਕੀਤੇ। ਕੁਝ ਸਮਾਂ ਹੁਣ ਗੁਰੂ ਘਰ ਦਾ ਪਵਿੱਤਰ ਇਤਿਹਾਸ, ਗੁਰੂ ਜੀ ਦੀ ਮਹਾਨ ਪਵਿੱਤਰ ਕਥਾ, ਸੁਖ ਦੇਣ ਵਾਲੀ ਕਥਾ, ਸਿੱਖਿਆ ਦੇਣ ਵਾਲੀ ਕਥਾ ਆਪ ਜੀ ਸਰਵਣ ਕਰੋ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ਼ ਜੀ ਬੈਠੇ ਹਨ। ਬਾਦਸ਼ਾਹ ਜਹਾਂਗੀਰ ਸੱਚੇ ਪਾਤਸ਼ਾਹ ਜੀ ਕੋ ਮਜਨੂ ਟਿੱਲੇ ਆਇਆ। ਦਿੱਲੀ ਦੀਆਂ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਕੋਲ ਪਹਿਲਾਂ ਆਈਆਂ। ਸੰਗਤਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਦੁਸ਼ਟ ਚੰਦੂ ਤੁਸਾਂ ਫੜ ਲਿਆ, ਇਹਨੂੰ ਆਪ ਜੀ ਸਜ਼ਾ ਦੇ ਰਹੇ ਹੋ। ਮਹਾਰਾਜ ਹੁਣ ਸਾਡੇ ਮਨ ਨੂੰ ਸ਼ਾਂਤੀ ਮਿਲੀ ਹੈ। ਅਸੀਂ ਇੱਕੋ ਹੀ ਗੱਲ ਸੋਚਦੇ ਰਹਿੰਦੇ ਸਾਂ। ਅਸੀਂ ਦਿੱਲੀ ਵਾਲਿਆਂ ਨੇ ਮਹਾਰਾਜ ਨੂੰ ਚਿੱਠੀ ਲਿਖੀ ਤੇ ਮਹਾਰਾਜ ਨੇ ਸਗਾਈ ਮੋੜ ਦਿੱਤੀ। ਉਸ ਦਿਨ ਤੋਂ ਇਹ ਦੁਸ਼ਟ ਚੰਦੂ ਈਰਖਾ ਕਰ ਰਿਹਾ ਸੀ, ਉਪਦਰਵ ਚੁੱਕ ਰਿਹਾ ਸੀ। ਹੁਣ ਮਹਾਰਾਜ ਨੂੰ ਸਜ਼ਾ ਮਿਲੀ, ਸਾਨੂੰ ਸ਼ਾਂਤੀ ਮਿਲੀ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸਿੱਖੋ ਤੁਸੀਂ ਪ੍ਰੇਮ ਵਾਲੇ ਹੋ, ਠੀਕ ਹੈ ਤੁਸੀਂ ਜੋ ਕੀਤਾ, ਪਰ ਗੁਰੂ ਅਰਜਨ ਦੇਵ ਮਹਾਰਾਜ ਸੁਤੰਤਰ ਹਨ। ਗੁਰੂ ਅਰਜਨ ਦੇਵ ਜੀ ਨੇ ਜੋ ਕਰਨਾ ਸੀ ਆਪਣੀ ਇੱਛਾ ਅਨੁਸਾਰ ਕੀਤਾ। ਮਹਾਰਾਜ ਕਹਿਣ ਲੱਗੇ, ਦਿੱਲੀ ਦੀਆਂ ਸੰਗਤਾਂ ਬੈਠੀਆਂ, ਜਹਾਂਗੀਰ ਬਾਦਸ਼ਾਹ ਆਇਆ, ਉਹਨੇ ਮੱਥਾ ਟੇਕਿਆ। ਜਹਾਂਗੀਰ ਬਾਦਸ਼ਾਹ ਜਿੱਥੇ ਆਪ ਆਇਆ, ਚੰਦੂ ਦੀ ਘਰ ਵਾਲੀ ਨੂੰ ਵੀ ਫੜ ਕੇ ਲੈ ਕੇ ਆਇਆ ਤੇ ਉਹਦੇ ਪੁੱਤਰ ਨੂੰ ਵੀ ਫੜ ਕੇ ਲੈ ਕੇ ਆਇਆ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹ ਵੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਨੇ, ਇਹਨਾਂ ਨੂੰ ਵੀ ਫੜ ਲਓ ਤੇ ਸਜ਼ਾ ਦਿਓ। ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਪ੍ਰਸੰਨ ਹੋਏ, ਪਰ ਨਾਲ ਹੀ ਮਹਾਰਾਜ ਨੇ ਜਹਾਂਗੀਰ ਨੂੰ ਆਖਿਆ, ਜਹਾਂਗੀਰ ਇਹਨਾਂ ਨੂੰ ਚੰਦੂ ਦੀ ਹਾਲਾਤ ਵਿਖਾ ਦਿਓ, ਇਹੋ ਹੀ ਇਹਨਾਂ ਵਾਸਤੇ ਸਜ਼ਾ ਹੈ, ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਇਹਨਾਂ ਨੂੰ ਅਸੀਂ ਸਜ਼ਾ ਨਹੀਂ ਦੇਣੀ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਚੰਦੂ ਦੀ ਹਾਲਤ ਵੇਖ ਲੈਣ। ਸਾਧ ਸੰਗਤ ਜੀ, ਉਸੇ ਤਰ੍ਹਾਂ ਹੋਇਆ। ਬਾਦਸ਼ਾਹ ਨੇ ਫਿਰ ਬੰਦੇ ਭੇਜੇ। ਚੰਦੂ ਦੀ ਘਰ ਵਾਲੀ ਤੋਂ ਉਹਦੇ ਪੁੱਤਰ ਨੇ ਚੰਦੂ ਦੀ ਹਾਲਤ ਵੇਖੀ। ਚੰਦੂ ਬੇਹੋਸ਼ ਹੋਇਆ ਪਿਆ, ਸਿਰ ਤੋਂ ਗੰਜਾ ਹੋਇਆ ਪਿਆ, ਸਿਰ ਸੁੱਜਿਆ ਪਿਆ। ਤੇੜ ਉਹਨੇ ਇੱਕ ਚਾਦਰਾ ਬੰਨਿਆ ਸੀਗਾ, ਧੋਤੀ ਬੰਨੀ ਸੀ, ਲੱਕ ਨੂੰ ਕੁਝ ਨਹੀਂ ਪਾਇਆ ਜੀ। ਬੁਰੇ ਹਾਲ, ਮੱਖੀਆਂ ਭਿਣ ਭਿਣ ਕਰ ਰਹੀਆਂ। ਕੁੱਤਿਆਂ ਦੇ ਵਿੱਚ ਬਿਠਾਇਆ ਉਹਨੂੰ, ਲੰਮੇ ਪਿਆ, ਬੇਹੋਸ਼ ਹੋਇਆ। ਘਰ ਵਾਲੀ ਤੇ ਪੁੱਤ ਵੇਖ ਕੇ ਰੋਣ ਲੱਗ ਪਿਆ ਜੀ। ਲਾਗੋਂ ਇੱਕ ਬੰਦੇ ਨੇ ਕਿਹਾ ਵੀ ਤੁਸੀਂ ਹੁਣ ਭੱਜ ਜਾਓ ਇੱਥੋਂ, ਜੇ ਬਚਣਾ ਜੇ। ਉਹ ਚਲੇ ਗਏ ਜੀ। ਜਹਾਂਗੀਰ ਬਾਦਸ਼ਾਹ ਬੈਠਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਾਲ ਕਰ ਦਿੱਤੀ ਸਾਧ ਸੰਗਤ ਜੀ। ਉਹ ਜਿਹੜੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਛਡਾਏ ਸਨ, ਅਸਲ 'ਚ ਰਾਜੇ ਕਾਹਦੇ ਰਹਿ ਗਏ ਸੀ? ਜਿਹਦਾ ਰਾਜ ਭਾਗ ਹੀ ਖੁੱਸ ਗਿਆ, ਉਹ ਰਾਜਾ ਕਾਹਦਾ ਹੁੰਦਾ ਜੀ? ਪਰ ਮਹਾਰਾਜ ਨੇ ਉਹਨਾਂ ਨੂੰ ਮੁੜ ਰਾਜੇ ਬਣਾਇਆ ਜੀ। ਸੱਦਿਆ, ਉਹਨਾਂ ਨੂੰ ਪੁੱਛਿਆ, ਤੁਸੀਂ ਕਿਹੜੀ ਕਿਹੜੀ ਰਿਆਸਤ ਦੇ ਰਾਜੇ ਹੋ? ਉਹਨਾਂ ਨੇ ਦੱਸਿਆ, ਅਸੀਂ ਇਸ ਰਿਆਸਤ ਦੇ ਹਾਂ, ਅਸੀਂ ਇਸ ਰਿਆਸਤ ਦੇ ਹਾਂ। ਮਹਾਰਾਜ ਨੇ ਉਹਨਾਂ ਨੂੰ ਨਾਲੇ ਤੇ ਸਰੋਪਾ ਦਿੱਤਾ, ਨਾਲੇ ਰਾਜ ਤਿਲਕ ਲਾਇਆ ਤੇ ਨਾਲ ਇੱਕ ਇੱਕ ਘੋੜਾ ਦਿੱਤਾ ਜੀ। ਉਹਨਾਂ ਦੀ ਬਾਂਹ ਜਿਹੜੀ ਸੀ ਉਹ ਜਹਾਂਗੀਰ ਨੂੰ ਫੜਾ ਦਿੱਤੀ। ਰਾਜਿਆਂ ਨੂੰ ਆਖਿਆ ਵੀ ਤੁਸੀਂ ਜਹਾਂਗੀਰ ਦੀ ਸਲਾਹ ਨਾਲ ਚੱਲਣਾ ਹੈ ਜੀ। ਜਹਾਂਗੀਰ ਵੀ ਬੜਾ ਖੁਸ਼ ਹੋ ਗਿਆ ਜੀ। ਜਹਾਂਗੀਰ ਨੇ ਫਿਰ ਆਪਣੇ ਬੰਦੇ ਭੇਜੇ 52 ਰਿਆਸਤਾਂ ਦੇ ਵਿੱਚ। ਉਹ ਬੰਦੇ ਉਹਨਾਂ ਬੰਦਿਆਂ ਨੂੰ ਮੁੜ ਰਾਜ ਗੱਦੀ ਤੇ ਬਿਠਾ ਕੇ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਰਾਜ ਗੱਦੀ ਉੱਤੇ ਬਿਠਾ ਕੇ ਆਏ। ਹੁਣ ਤੁਸੀਂ ਅੰਦਾਜ਼ਾ ਲਾਓ। ਕੱਲ ਇੱਕ ਪ੍ਰੇਮੀ ਮੈਨੂੰ ਕਹਿਣ ਲੱਗਾ, ਵੇਖੋ ਗੁਰੂ ਹਰਗੋਬਿੰਦ ਸਾਹਿਬ ਦੀ ਦਿਆਲਤਾ, ਜਹਾਂਗੀਰ ਨੇ ਰਾਜੇ ਤੁੰਨ ਕੇ ਲਿਆਂਦੇ ਸੀਗੇ ਜੀ। ਹਾਂਜੀ, ਬੜੇ ਮੁਸ਼ਕਲਾਂ ਦੇ ਨਾਲ ਇਹਨਾਂ ਨੂੰ ਤੁੰਨ ਕੇ ਲਿਆਂਦਾ ਸੀਗਾ, ਸਜ਼ਾ ਦੇ ਰਿਹਾ ਸੀਗਾ, ਮਰ ਰਹੇ ਸਨ। ਪਰ ਗੁਰੂ ਹਰਗੋਬਿੰਦ ਸਾਹਿਬ ਦੀ ਮਿਹਰ, ਸਾਰੇ ਦੇ ਸਾਰੇ ਮੁੜ ਰਾਜੇ ਮਹਾਰਾਜ ਨੇ ਬਣਵਾ ਦਿੱਤੇ ਜੀ। ਸਤਿਕਾਰ ਦੇ ਨਾਲ ਉਹੋ ਹੀ ਜਹਾਂਗੀਰ ਭੇਜ ਰਿਹਾ ਜੀ। ਹੁਣ ਵੇਖੋ, ਜਹਾਂਗੀਰ ਦੀ ਵੀ ਜਾਨ ਸੌਖੀ ਹੋ ਗਈ ਜੀ। ਇਹੋ ਹੀ ਜਹਾਂਗੀਰ ਨੇ ਦੁਖੀ ਰਹਿਣਾ ਸੀਗਾ ਜੀ। ਤੇ ਕੱਲ ਵੀ ਬੇਨਤੀ ਕੀਤੀ ਤੇ ਅੱਜ ਫਿਰ ਕਰ ਦਿੰਦਾ। ਸੰਗਤ ਜੀ, ਗੁਰੂ ਜੀ ਦਾ ਬਚਨ ਕੋਈ ਔਖਾ ਹੋ ਕੇ ਮੰਨੇ ਜਾਂ ਸੌਖਾ ਹੋ ਕੇ ਮੰਨੇ, ਕੋਈ ਰੋ ਕੇ ਮੰਨੇ ਜਾਂ ਖੁਸ਼ੀ ਦੇ ਨਾਲ ਮੰਨੇ,
ਗੁਰੂ ਜੀ ਦੇ ਬਚਨ ਨੇ ਬੰਦੇ ਨੂੰ ਸੌਖਿਆਂ ਹੀ ਕਰਨਾ ਹੈ। ਗੱਜ ਕੇ ਆਖੋ ਵਾਹਿਗੁਰੂ। ਜਹਾਂਗੀਰ ਚਾਹੁੰਦਾ ਨਹੀਂ ਸੀਗਾ ਰਾਜੇ ਛੱਡਣਾ, ਪਰ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਉਹਨੂੰ ਛੱਡਣੇ ਪਏ ਜੀ। ਹਾਂਜੀ, ਤੇ ਫਿਰ ਜਹਾਂਗੀਰ ਮੁੜ ਸੌਖਾ ਹੋ ਗਿਆ ਜੀ। ਸੋ ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ। ਜਹਾਂਗੀਰ ਬਹੁਤਾ ਹੀ ਖੁਸ਼ ਹੋ ਗਿਆ। ਬੈਠਾ ਬੈਠਾ ਜਹਾਂਗੀਰ ਸਤਿਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਸੱਚ ਇਹ ਹੈ, ਮੇਰੀ ਛਾਤੀ ਸੁਖੀ ਹੋ ਗਈ ਮਹਾਰਾਜ, ਮੇਰੇ ਮਨ 'ਚ ਸੁੱਖ ਆ ਗਿਆ ਮਹਾਰਾਜ, ਮੈਂ ਕਲਪਦਾ ਹੀ ਰਹਿਣਾ ਸੀਗਾ ਜੀ, ਹੁਣ ਮੈਂ ਸੁਖੀ ਹੋ ਗਿਆ। ਸੱਚੇ ਪਾਤਸ਼ਾਹ ਤੁਸੀਂ ਬੜੇ ਦਿਆਲੂ ਹੋ, ਕਿਰਪਾਲੂ ਹੋ, ਮੈਂ ਤੁਹਾਡੀ ਮਹਿਮਾ ਜਾਣ ਲਈ ਮਹਾਰਾਜ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਜਿਵੇਂ ਮੇਰੀ ਪਹਿਲਾਂ ਰਾਖੀ ਕੀਤੀ ਹੁਣ ਵੀ ਰਾਖੀ ਕਰਿਓ, ਮੇਰੇ ਰਖਵਾਲੇ ਬਣਿਓ। ਇੱਥੋਂ ਹੁਣ ਕਥਾ ਆਰੰਭ ਹੋ ਰਹੀ ਹੈ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਆਖੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਹਰਗੋਬਿੰਦ ਕਹਿ ਸੁਨ ਸਾਹੂ। ਸਾਧ ਸੰਗਤ ਜੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਲਕ ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਕਹਿਣ ਲੱਗੇ। ਮਹਾਰਾਜ ਕਹਿੰਦੇ, ਬਾਦਸ਼ਾਹ ਸਾਡੀ ਗੱਲ ਸੁਣ, ਕਹਿਣ ਲੱਗੇ। ਹਾਂਜੀ, ਸ਼ਰਦਾ ਧਰਹਿ ਜੇ ਗੁਰ ਘਰ ਮਾਹੂ। ਕੋਈ ਵੀ ਵਿਅਕਤੀ ਜਿਹੜਾ ਗੁਰੂ ਘਰ ਉਤੇ ਆਸ ਰੱਖਦਾ, ਗੁਰੂ ਘਰ ਦੇ ਉੱਤੇ ਭਰੋਸਾ ਰੱਖਦਾ ਹੈ, ਤਿਨ ਕੇ ਸਦਾ ਸਹਾਇਕ ਅਹੰ। ਅਸੀਂ ਉਹਦੇ ਸਦਾ ਹੀ ਸਹਾਇਕ ਹੈਗੇ ਆ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਬਸ ਇੱਕ ਗੱਲ ਚੇਤਾ ਰੱਖਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਦੁਖੀ ਹੋਇਆ ਜਿਹੜਾ ਇੱਕ ਵਾਰੀ ਕਹਿ ਦੇ, ਜਾਂ ਪ੍ਰੇਮ ਨਾਲ ਜਿਹੜਾ ਇੱਕ ਵਾਰੀ ਕਹਿ ਦੇ, ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ। ਮਹਾਰਾਜ ਕਹਿੰਦੇ, ਅਸੀਂ ਤੇ ਜੰਮ ਨਹੀਂ ਉਹਦੇ ਨੇੜੇ ਆਉਣ ਦਿੰਦੇ, ਦੁੱਖ ਤੇ ਚੀਜ਼ ਹੀ ਛੋਟੀ ਜੀ ਹੈਗੀ ਹੈ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ, ਅਸੀਂ ਉਹਦੇ ਸਦਾ ਹੀ ਰਾਖੇ ਹਾਂ। ਲਾਜ ਆਪਣੀ ਕੋ ਨਿਰਭੈ। ਇਹ ਸਾਨੂੰ ਆਪਣੀ ਲਾਜ ਹੈ, ਮਹਾਰਾਜ ਕਹਿਣ ਲੱਗੇ। ਇਸ ਕਰਕੇ ਅਸੀਂ ਉਹ ਕਰਮ ਜਿਹੜਾ ਹੈ ਉਹ ਪੂਰਾ ਕਰਦੇ ਹਾਂ। ਹਾਂਜੀ, ਜਨ ਹੈ ਪਰਿਓ ਆਸਰੇ ਆਏ, ਜੁਗ ਲੋਕਨ ਮਹਿ ਬਨਹਿ ਸਹਾਏ। ਮਹਾਰਾਜ ਕਹਿਣ ਲੱਗੇ, ਜਨ ਹੈ ਪਰਿਓ ਆਸਰੇ ਆਏ। ਅਸੀਂ ਸਮਝ ਲਈਏ ਵੀ ਇਹ ਬੰਦਾ ਸਾਡੇ ਆਸਰੇ ਹੈ, ਸਾਡੇ ਭਰੋਸੇ ਹੈ, ਤੇ ਫਿਰ ਦੋਵਾਂ ਲੋਕਾਂ ਵਿੱਚ ਉਹਦੀ ਸਹਾਇਤਾ ਕਰਦੇ। ਕਹਿਣ ਲੱਗੇ ਸੰਗਤ ਜੀ, ਬਾਹ ਭਰੋਸਾ ਹੀ ਨਹੀਂ ਵੱਜਦਾ ਬੰਦੇ ਨੂੰ ਜੀ, ਖੇਡ ਹੀ ਸਾਰੀ ਭਰੋਸੇ ਦੀ ਹੈ ਜੀ। ਹਾਂਜੀ, ਸ਼੍ਰੀ ਨਾਨਕ ਅਰ ਬਾਬਰ ਸ਼ਾਹੂ, ਪ੍ਰਥਮ ਮੇਲ ਪੈ ਆਪਸ ਮਾਹੂ। ਮਹਾਰਾਜ ਕਹਿੰਦੇ, ਬਾਦਸ਼ਾਹ ਸਾਡੇ ਵਡੇਰੇ ਵੱਡੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਤੇਰਾ ਵਡੇਰਾ ਬਾਬਰ ਸ਼ਾਹ, ਉਹਨਾਂ ਦਾ ਵੀ ਮੇਲਾ ਹੋਇਆ। ਮਹਾਰਾਜ ਕਹਿਣ ਲੱਗੇ, ਹਾਂਜੀ, ਤਬ ਤੇ ਸਿਦਕ ਧਰਤ ਤੁਮ ਰਹੇ। ਉਸ ਦਿਨ ਤੋਂ ਬਾਬਰ ਨੇ ਗੁਰੂ ਜੀ ਤੇ ਸ਼ਰਧਾ ਰੱਖੀ ਜੀ। ਜਦੋਂ ਚੱਕੀਆਂ ਆਪੇ ਹੀ ਚੱਲ ਪਈਆਂ ਨਾ ਜੀ, ਬਾਬਰ ਦੇ ਕੈਦ ਖਾਨੇ ਪੀਸਣ ਨੂੰ ਮਿਲਦੇ ਦਾਣੇ, ਚੱਕੀਆਂ ਵੀ ਬੋਲਣ ਸਤ ਕਰਤਾਰ। ਬਾਬਰ ਨੇ ਇਹ ਗੱਲ ਵੇਖੀ ਸੀ। ਬਾਬਰ ਗੁਰੂ ਨਾਨਕ ਸਾਹਿਬ ਜੀ ਦਾ ਮੁਰੀਦ ਬਣ ਗਿਆ ਸੀਗਾ ਜੀ। ਮਹਾਰਾਜ ਤੇ ਸ਼ਰਧਾ ਰੱਖਣ ਲੱਗ ਪਿਆ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਸੋ ਮਹਾਰਾਜ ਕਹਿਣ ਲੱਗੇ, ਉਦੋਂ ਤੋਂ ਹੀ ਉਹ ਸ਼ਰਧਾ ਧਾਰਦਾ ਆਇਆ ਤੁਹਾਡਾ ਵਡੇਰਾ। ਹਾਂਜੀ, ਕਰੇ ਪ੍ਰਸੰਨ ਭਲੇ ਬਰ ਲਹੇ। ਗੁਰੂ ਸਾਹਿਬ ਨੂੰ ਉਹਨੇ ਖੁਸ਼ ਕਰਕੇ ਵਰ ਪ੍ਰਾਪਤ ਕੀਤੇ ਸੀਗੇ। ਹਾਂਜੀ, ਹਮਰੀ ਤੁਮਰੀ ਸੰਧ ਸਦੀਵਾ। ਇਸ ਕਰਕੇ ਸਾਡੀ ਤੇ ਤੁਹਾਡੀ ਸੰਧੀ ਭਾਵ ਮੇਲਾ ਅੱਜ ਦਾ ਥੋੜੀ ਹੈਗਾ। ਮਹਾਰਾਜ ਕਹਿਣ ਲੱਗੇ, ਪੁਰਾਣਾ ਹੀ ਹੈਗਾ। ਕਹਿਣ ਲੱਗੇ, ਤੁਹਾਡੇ ਚੋਂ ਕਈ ਪਰਿਵਾਰ ਐਸੇ ਬੈਠੇ ਹੋਣਗੇ ਜਿਹੜੇ ਅੱਜ ਦੇ ਗੁਰੂ ਦੇ ਸਿੱਖ ਨਹੀਂ ਹੈਗੇ। ਤੁਹਾਡੇ ਦਾਦੇ ਪੜਦਾਦੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਜੀ, ਦਾਦੇ ਪੜਦਾਦਿਆਂ ਤੋਂ। ਮਹਾਰਾਜ ਕਹਿੰਦੇ ਪੁਰਾਣੇ ਜੁੜੇ ਹੋਏ ਆ।
ਹਾਂਜੀ। ਗੁਰੂ ਸਹਾਇਕ ਸਿੱਖ ਨਥੀਵਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਦਸ਼ਾਹ ਪਿਆਰ ਵਾਲਿਆਂ ਦੀ ਗੁਰੂ ਨਾਨਕ ਸਾਹਿਬ ਸਦਾ ਹੀ ਰਾਖੀ ਕਰਦੇ ਆ। ਹਾਂਜੀ। ਇਮ ਕਹਿ ਸੁਨ ਕੇ ਸੀਸ ਨਿਵਾਇਓ। ਇਹ ਕਹਿ ਕੇ ਬਾਦਸ਼ਾਹ ਨੇ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ। ਆਪਾਂ ਵੀ ਝੁਕਾ ਦਈਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਾਦਸ਼ਾਹ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸਿਰ ਨਿਵਾਇਆ। ਹਾਂ ਮਹਾਰਾਜ, ਤੁਸੀਂ ਸਾਡੇ ਰਾਖੇ ਹੋ। ਉਠਿਓ ਸ਼ਾਹੋ ਨਿਜ ਸਦਨ ਸਿਧਾਇਓ। ਤੇ ਸਾਧ ਸੰਗਤ ਜੀ, ਉੱਥੇ ਫਿਰ ਬਾਦਸ਼ਾਹ ਜਿਹੜਾ ਉਹ ਉੱਠਿਆ ਤੇ ਆਪਣੇ ਮਹਿਲਾਂ ਵਿੱਚ ਚਲੇ ਗਿਆ। ਸਤਿਗੁਰ ਥਿਰੇ ਆਪਣੇ ਡੇਰੇ। ਹਜੂਰ ਮਹਾਰਾਜ ਗਰੀਬ ਨਵਾਜ ਆਪਣੇ ਡੇਰੇ। ਮਜਨੂ ਟਿੱਲੇ ਟਿਕੇ ਸਨ। ਜਲ ਪਾਣੀ ਵਰਤਿਆ। ਜਲ ਪਾਣੀ ਸਤਿਗੁਰੂ ਜੀ ਨੇ ਛਕਿਆ। ਹਾਂਜੀ। ਚੜ ਤੁਰੰਗ ਪਰ ਗਮਨੇ ਸੈਲ। ਤੇ ਫਿਰ ਸਤਿਗੁਰੂ ਘੋੜੇ ਤੇ ਚੜ ਗਏ ਜੀ। ਜਮਨਾ ਪਾਰ ਲੱਗ ਗਈ। ਜਮਨਾ ਤੇ ਸੱਚੇ ਪਾਤਸ਼ਾਹ ਮਹਾਰਾਜ ਨਾ ਜਮਨਾ ਦੇ ਕੰਢੇ ਕੰਢੇ ਘੋੜਾ ਤੋਰ ਰਹੇ ਹੈ ਜੀ। ਨਾਲ ਨਾਲ ਗੁਰੂ ਜੀ ਦੇ ਸਿੱਖ ਨੇ ਜੀ ਤੇ ਸੈਰ ਕਰ ਰਹੇ ਨੇ ਜੀ। ਹਾਂਜੀ। ਤਟ ਤਟ ਜਮਨਾ ਕੇ ਚੱਲ ਗੈਲ। ਹੌਲੀ 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 ਜਮਨਾ ਦੇ ਕੰਢੇ ਦੇ ਨਾਲ ਨਾਲ ਮਹਾਰਾਜ ਘੋੜਾ ਤੋਰ ਰਹੇ ਹੈ। ਤੇ ਸ਼ਾਮਾਂ ਦਾ ਵੀ ਸਮਾਂ ਸ਼ੁਰੂ ਹੋ ਰਿਹਾ ਜੀ। ਬਹੁਤ ਵਧੀਆ ਮਾਹੌਲ ਆਨੰਦ ਵਾਲਾ ਬਣਿਆ ਜੀ। ਹਾਂਜੀ। ਸਨੇ ਸਨੇ ਹੇਰਤ ਜਲ ਜਾਤੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਜੀ ਜਲ ਵੇਖਦੇ ਵੇਖਦੇ ਜਾ ਰਹੇ ਨੇ ਜੀ। ਤੁਹਾਡੇ ਚੋਂ ਬਹੁਤਿਆਂ ਨੇ ਕਿਤੇ ਨਹਿਰ ਦੀ ਦਰਿਆ ਦੀ ਸੈਰ ਕੀਤੀ ਹੋਏਗੀ ਤੇ ਪਤਾ ਹੋਏਗਾ। ਤੁਰੇ ਜਾਣਾ, ਨਾਲ ਨਾਲ ਦਰਿਆ ਦਾ ਪਾਣੀ ਵੇਖਦੇ ਜਾਣਾ, ਬੜਾ ਆਨੰਦ ਬਣਦਾ ਜੀ। ਹਾਂਜੀ। ਤੀਰ ਹਰਤ ਤਾ ਸੁੰਦਰ ਭਾਂਤੇ। ਤੇ ਦਰਿਆਵਾਂ ਦੇ ਲਾਗੇ ਹਰਿਆਵਲਤਾ ਡੁੱਲ ਡੁੱਲ ਕੇ ਪਏਗੀ ਜੀ। ਤੁਸੀਂ ਪਿੰਡਾਂ ਦੇ ਬੈਠੇ ਤੇ ਤੁਹਾਨੂੰ ਪਤਾ ਦਰਿਆਈ ਇਲਾਕਿਆਂ ਦੇ ਲਾਗੇ ਲਾਗੇ ਹਰਿਆਲੀ ਬੜੀ ਹੁੰਦੀ ਜੀ। ਹਰਿਆਵਲਤਾ ਲਾਗੇ ਜੀ ਬੜੀ। ਬਹੁਤ ਸੋਹਣਾ ਮਾਹੌਲ ਬਣਿਆ। ਸੱਚੇ ਪਾਤਸ਼ਾਹ ਘੋੜੇ ਤੇ ਬੈਠੇ ਜਾ ਰਹੇ ਆ। ਹਾਂਜੀ। ਦੂਰ ਜਾਏ ਕਰ ਉਤਰ ਤੁਰੰਗ। ਸੱਚੇ ਪਾਤਸ਼ਾਹ ਥੋੜੀ ਦੂਰ ਜਾ ਕੇ ਘੋੜੇ ਤੋਂ ਉਤਰ ਗਏ ਜੀ। ਥਿਰੇ ਤਹਾਂ ਕੇ ਤਕ ਨਰ ਸੰਗ। ਕੁਝ ਪ੍ਰੇਮੀ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹਨ ਜੀ। ਹਾਂਜੀ। ਨੰਦਾ ਸੰਘੇੜਾ ਤਿਸ ਠੌਰ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਸੁਣਿਓ ਧਿਆਨ ਨਾਲ ਜੀ। ਉੱਥੇ ਨਾ ਜੀ ਭਾਈ ਨੰਦਾ ਜੀ ਆਏ ਜੀ। ਭਾਈ ਨੰਦਾ ਜੀ, ਭਾਈ ਸੰਘੇੜਾ ਜੀ, ਇਹ ਉਹ ਗੁਰਸਿੱਖ ਨੇ ਜਿਹੜੇ ਨਾਲ ਹੀ ਰਹਿੰਦੇ ਆ ਜੀ। ਚਲੋ ਕੁਝ ਨਾ ਦੇ ਸੰਗਤ ਦੀ ਸਾਨੂੰ ਨਾਮ ਪਤਾ ਹੁੰਦਾ, ਜਿਵੇਂ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਲੰਗਾ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਇਹਨਾਂ ਦੇ ਨਾਮ ਪਤਾ ਹੁੰਦੇ ਆ। ਕੁਝ ਨਾ ਦੇ ਚੇਤੇ ਨਹੀਂ ਰਹਿੰਦੇ ਜੀ। ਭਾਈ ਨੰਦਾ ਜੀ, ਭਾਈ ਸੰਘੇੜਾ ਜੀ, ਜੇਠਾ ਅਮੀਆ ਹੇਹਰ ਔਰ। ਭਾਈ ਜੇਠਾ ਜੀ ਅਮੀਆਂ ਜੀ, ਜੇਠਾ ਅਮੀਆਂ ਜੀ, ਤੇ ਫਿਰ ਭਾਈ ਹੇਹਰ ਜੀ। ਇਹ ਗੁਰੂ ਜੀ ਦੇ ਸਿੱਖ ਸਾਰੇ ਲਾਗੇ ਖਲੋਤੇ ਆ। ਨਿਜਰ ਹੋਤੋ ਰੰਧਾਵਾ ਸੋਏ। ਇੱਕ ਭਾਈ ਨਿੰਜਰ ਰੰਧਾਵਾ, ਉਹ ਵੀ ਮਹਾਰਾਜ ਦੇ ਲਾਗੇ ਖਲੋਤੇ ਨੇ। ਅਰ ਕਿਰਪਾਲਾ ਜਲ ਕੋ ਜੋਏ। ਗੱਜ ਕੇ ਆਖੋ ਵਾਹਿਗੁਰੂ। ਤੇ ਭਾਈ ਕਿਰਪਾਲਾ ਜੁਲਕਾ ਜੀ, ਇਹ ਵੀ ਗੁਰੂ ਜੀ ਦੇ ਸਿੱਖ ਨੇ ਜੀ। ਇਹ ਵੀ ਲਾਗੇ ਖਲੋਤੇ ਆ। ਹਾਂਜੀ। ਸਿੱਖ ਲੰਗਾਹ ਪਿਰਾਣਾ ਧੀਰ। ਤੇ ਭਾਈ ਲੰਗਾ ਜੀ ਤੇ ਭਾਈ ਪਿਰਾਣਾ ਜੀ ਧੀਰਜਵਾਨ ਸਿੱਖ ਨੇ ਜੀ। ਹਾਂਜੀ। ਸ਼ੌਚ ਸਨਾਨੇ ਸਰਬ ਸਰੀਰ। ਸਾਰਿਆਂ ਨੇ ਨਾ ਜੀ ਜਮਨਾ ਵਿੱਚ ਇਸ਼ਨਾਨ ਕੀਤਾ ਜੀ। ਹਾਂਜੀ। ਥਿਰੇ ਤੀਰ ਪਰ ਪਿਖੇ ਪ੍ਰਵਾਹੂ। ਹਾਂਜੀ। ਸ਼ਿਆਮਲ ਰੰਗ ਤੁਰੰਗਨ ਤਾਹੂ। ਤੇ ਸੰਗਤ ਜੀ ਸਾਰੇ ਦਰਿਆ ਦੇ ਕਿਨਾਰੇ ਖੜੇ ਹੋ ਗਏ ਤੇ ਜਲ ਦਾ ਪ੍ਰਵਾਹ ਦਰਸ਼ਨ ਕਰਨ ਤੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਜੀ। ਭਾਈ ਨੰਦਾ ਜੀ, ਸੰਘੇੜਾ ਜੀ, ਭਾਈ ਫਿਰ ਜੇਠਾ ਜੀ, ਭਾਈ ਅਮੀਆਂ ਜੀ, ਭਾਈ ਹੇਹਰ ਜੀ,
ਭਾਈ ਨਿੰਜਰ ਰੰਧਾਵਾ ਜੀ, ਭਾਈ ਕਿਰਪਾਲੋ ਜੁਲਕਾ ਜੀ, ਭਾਈ ਲੰਗਾ ਜੀ ਤੇ ਭਾਈ ਪਿਰਾਣਾ ਜੀ। ਹਾਂਜੀ, ਗੁਰ ਸੋ ਬੂਜਨ ਕੀਨ ਪਿਰਾਣੇ। ਤੇ ਉਹਨਾਂ ਵਿੱਚੋਂ ਨਾ ਜੀ ਭਾਈ ਪਿਰਾਣਾ ਜੀ, ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੇ ਸਿੱਖ ਨੇ ਜੀ, ਮਹਾਰਾਜ ਦੇ ਨਾਲ ਹੀ ਲਾਹੌਰ ਗਏ ਸਨ। ਭਾਈ ਪਿਰਾਣਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਣ ਲੱਗੇ, ਮਜਨੂ ਕੌਣ ਪਇਓ ਸਭ ਜਾਣੇ। ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਮਜਨੂ ਕੌਣ ਪਇਓ ਸਭ ਜਾਣੇ। ਮਹਾਰਾਜ ਸਾਰੇ ਜਾਣਨਾ ਚਾਹੁੰਦੇ ਆ ਇਹ ਮਜਨੂ ਦੇ ਟਿੱਲੇ ਜਿੱਥੇ ਆਪਾਂ ਬੈਠੇ, ਮਜਨੂ ਕਿਹੜਾ ਮਜਨੂ ਹੋਇਆ ਮਹਾਰਾਜ। ਇੱਕ ਗੱਲ ਸੁਣਿਓ ਧਿਆਨ ਨਾਲ, ਸਿੱਖ ਬੜੇ ਸਿਆਣੇ ਹੈਗੇ ਜੀ। ਜਦੋਂ ਇਹ ਆਏ ਮਹਾਰਾਜ ਦੇ ਨਾਲ ਮਜਨੂ ਦੇ ਟਿੱਲੇ, ਉਦੋਂ ਨਹੀਂ ਇਹਨਾਂ ਨੇ ਪੁੱਛਿਆ ਵੀ ਮਹਾਰਾਜ ਮਜਨੂ ਦਾ ਟਿੱਲਾ ਕਿਉਂ ਹੈ, ਕਿਉਂ। ਉਦੋਂ ਮਹਾਰਾਜ ਨੇ ਬਾਦਸ਼ਾਹ ਨੂੰ ਮਿਲਣਾ ਗਿਲਣਾ ਸੀਗਾ ਜੀ। ਮੇਨ ਕੰਮ ਜਿਹੜਾ ਸੀ ਨਾ ਚੰਦੂ ਵਾਲਾ, ਉਹ ਪਿਆ ਸੀਗਾ ਜੀ ਅਜੇ ਜੀ। ਹਾਂਜੀ, ਇਸ ਕਰਕੇ ਇਹਨਾਂ ਵੇਖਿਆ ਵੀ ਹੁਣ ਗੱਲ ਕਰਨ ਦਾ ਸਮਾਂ ਨਹੀਂ ਹੈਗਾ। ਗੱਲ ਉਦੋਂ ਹੀ ਬੰਦਾ ਕਰੇ ਜਦੋਂ ਗੱਲ ਕਰਨ ਦਾ ਸਮਾਂ ਹੋਵੇ, ਵਕਤ ਹੋਵੇ। ਵਕਤ ਵਿਚਾਰੇ ਸੋ ਬੰਦਾ ਹੋਏ। ਇਹਨਾਂ ਵੇਖਿਆ ਵੀ ਹੁਣ ਸੁਖ ਸ਼ਾਂਤੀ ਦਾ ਸਮਾਂ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛੀਏ। ਹਾਂਜੀ, ਜਹਾਂ ਹਮਾਰੋ ਡੇਰਾ ਹੈ ਤਿਸਕੇ ਨਾਮ ਥਾਨ ਸੋ ਕਹੈ। ਸੱਚੇ ਪਾਤਸ਼ਾਹ ਜਿੱਥੇ ਆਪ ਜੀ ਨੇ ਡੇਰਾ ਕੀਤਾ, ਅਸੀਂ ਸਾਰਿਆਂ ਨੇ ਡੇਰਾ ਕੀਤਾ, ਮਜਨੂ ਦਾ ਟਿੱਲਾ। ਮਹਾਰਾਜ ਸੱਚੇ ਪਾਤਸ਼ਾਹ ਇਸ ਜਗ੍ਹਾ ਦਾ ਕੀ ਮਹਾਰਾਜ ਇਤਿਹਾਸ ਹੈ। ਹਾਂਜੀ, ਸੁਨ ਕਰ ਸ਼੍ਰੀ ਸਤਿਗੁਰੂ ਬਤਾਵਾ। ਆਖੋ ਸਾਰੇ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ ਜੀ। ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਣ ਕੇ ਕਹਿਣ ਲੱਗੇ, ਭਾਇਓ ਪ੍ਰਥਮ ਚਿਰ ਕਾਲ ਬਿਤਾਵਾ। ਮਹਾਰਾਜ ਕਹਿੰਦੇ ਬਹੁਤ ਪੁਰਾਣੀ ਕਹਾਣੀ ਹੈ, ਕਹਿਣ ਲੱਗੇ, ਪਰ ਸਿੱਖੋ ਜੇ ਤੁਸੀਂ ਸੁਣਨੀ ਹੈ ਤੇ ਸੁਣ ਲਓ। ਹਾਂਜੀ, ਲੈਲਾ ਹੁਤੀ ਸਾਹੂ ਕੀ ਤਨੀਆਂ। ਹਾਂ, ਮਹਾਰਾਜ ਕਹਿੰਦੇ ਇੱਕ ਲੈਲਾ ਸੀਗੀ, ਲੈਲਾ। ਹੁਣ ਪਤਾ ਲੱਗ ਗਿਆ ਹੋਣਾ ਮਜਨੂ ਤੇ ਲੈਲਾ। ਹੁਣ ਇਹਦਾ ਗਲਤ ਭਾਵ ਨਾ ਲਿਓ। ਮੈਨੂੰ ਪਤਾ ਅੱਜ ਕੱਲ YouTube ਤੇ ਮਿੰਟ ਚੋਂ ਇੰਨੀ ਕੁ ਗੱਲ ਕੱਢ ਕੇ ਅਗਲੇ ਪਾ ਦੇਣ ਵੀ ਬਾਬੇ ਤੇ ਲੈਲਾ ਮਜਨੂ ਦੀ ਕਥਾ ਕਰ ਰਹੇ ਆ, ਪਰ ਤਤ ਭਾਵ ਲਿਓ ਵਿੱਚੋਂ, ਤਤ ਭਾਵ ਜੀ। ਗੁਰੂ ਹਰਗੋਬਿੰਦ ਸਾਹਿਬ ਦੱਸ ਰਹੇ ਆ, ਸਿੱਖ ਸੁਣ ਰਹੇ ਆ ਜੀ। ਜਾਂ ਤੇ ਅਸੀਂ ਫਿਰ ਸਤਿਗੁਰਾਂ ਤੋਂ ਵੱਡੇ ਹੋ ਗਏ, ਅਸੀਂ ਕਹੀਏ ਸਾਨੂੰ ਲੋੜ ਹੀ ਨਹੀਂ ਹੈਗੀ। ਮਹਾਰਾਜ ਕਹਿੰਦੇ ਪਹਿਲੇ ਸਮੇਂ ਵਿੱਚ, ਪਹਿਲੇ ਸਮੇਂ ਦੀ ਇਹ ਕਥਾ ਹੈ। ਜਿਹੜੀ ਲੈਲਾ ਸੀ ਨਾ, ਲੈਲਾ ਇਹ ਬਾਦਸ਼ਾਹ ਦੀ ਬੱਚੀ ਸੀਗੀ ਜੀ। ਹਾਂਜੀ, ਰੂਪਵਤੀ ਆਤਸ਼ੇ ਤਿਨ ਸੁਨੀਆਂ। ਬਹੁਤ ਰੂਪਵਾਨ ਸੀ, ਮੁਟਿਆਰ ਸੀਗੀ ਜੀ। ਹਾਂਜੀ, ਹੀਰਤ ਚਿਤ ਕੋ ਪ੍ਰੇਮ ਲਗਾਵਾ। ਅਪਰ ਸੋ ਸੁਧ ਮਨ ਤਹਾਂ ਟਿਕਾਵਾ। ਮਜਨੂ ਨੇ ਦੇਖਿਆ, ਨੌਜਵਾਨ ਸਰੀਰ ਸੀ ਮਜਨੂ ਦਾ। ਮਜਨੂ ਨੇ ਦੇਖਿਆ ਕੋਈ ਲੈਲਾ ਦੇ ਨਾਲ ਉਹਦਾ ਪੂਰਬਲਾ ਸੰਜੋਗ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਉਹਦਾ ਮਨ ਲੈਲਾ ਤੇ ਟਿਕ ਗਿਆ ਜੀ। ਹੁਣ ਵਿਚਲਾ ਭਾਵ ਲਿਓ ਮੇਰੀ ਬੇਨਤੀ 'ਚ। ਇਸ ਗੱਲ ਨੂੰ ਸਤਿਗੁਰੂ ਜੀ ਨੇ ਅਧਿਆਤਮ ਨਾਲ ਜੋੜ ਦੇਣਾ ਜੀ। ਹਾਂਜੀ, ਲੈਲਾ ਲਵਪੁਰ ਵਿਖੈ ਚਤਾਰਤ। ਰਾਤ ਦਿਵਸ ਇੱਕ ਰਸ ਬ੍ਰਿਤ ਧਾਰਤ। ਮਹਾਰਾਜ ਕਹਿਣ ਲੱਗੇ ਮਜਨੂ ਨੂੰ ਇਹੋ ਜਿਹਾ ਪ੍ਰੇਮ ਜਾਗਿਆ, ਦਿਨ ਰਾਤ ਲੈਲਾ 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 ਨੂੰ ਹੀ ਚੇਤਾ ਕਰਦਾ ਰਹੇ ਜੀ। ਹਾਂਜੀ, ਇਹ ਸਾਡੇ ਨਾਲੋਂ ਤੇ ਚੰਗਾ ਮਜਨੂ ਹੈਗਾ ਜੀ। ਉਹਦਾ ਲੈਲਾ ਨਾਲ ਪ੍ਰੇਮ ਹੈ, ਦਿਨ ਰਾਤ ਲੈਲਾ ਨੂੰ ਹੀ ਚੇਤੇ ਕਰਦਾ ਹੈ। ਅਸੀਂ ਦਿਨ ਰਾਤ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ ਜੀ। ਉਹ ਇੱਕ ਵਾਰੀ 10ਵੇਂ ਪਾਤਸ਼ਾਹ ਮਹਾਰਾਜ ਬਠਿੰਡੇ ਕਿਲਾ ਮੁਬਾਰਕ ਹੈ ਤੇ ਉੱਥੇ ਬੈਠੇ ਜੀ। ਹਾਂਜੀ, ਹੀਰ ਰਾਂਝਾ ਸੋਹਣੀ ਮਹਿਵਾਲ ਤੇ ਲੈਲਾ ਮਜਨੂ, ਇਹੋ ਜਿਹਾ ਦਾ ਕਿੱਸਾ ਇੱਕ ਸਿੱਖ ਸੁਣਾਉਣ ਲੱਗ ਪਿਆ ਜੀ। ਸਿੱਖ ਨਹੀਂ, ਆਮ ਬੰਦਾ ਸੀਗਾ। ਕਹਿੰਦਾ ਮੈਂ ਸੁਣਾਉਣਾ। ਮਹਾਰਾਜ ਕਹਿੰਦੇ ਸੁਣਾ ਦੇ।
ਉਹ ਜਿਹੜੇ ਬਹੁਤੇ ਸਿਆਣੇ ਬਣਦੇ ਸੀਗੇ ਉਹ ਕਹਿੰਦੇ ਵੇਖੋ ਗੁਰੂ ਗੋਬਿੰਦ ਸਿੰਘ ਜੀ ਕਿਹੜਾ ਕਿੱਸਾ ਸੁਣ ਰਹੇ। ਤੇ ਮਹਾਰਾਜ ਫਿਰ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਉਹਨਾਂ ਤੇ ਜਾਨ ਦੇ ਦਿੱਤੀ ਸੀਗੀ, ਤੁਹਾਡੇ ਕੋਲ ਵੀ ਨਹੀਂ ਦਿੱਤੀ ਜਾਣੀ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਸੰਗਤ ਜੀ ਇਹਨੂੰ ਅਧਿਆਤਮ ਨਾਲ ਜੋੜਨਾ ਆਪਾਂ। ਹਾਂਜੀ। ਇੱਕ ਦਿਨ ਚੜਿਓ ਸੰਡਨੀ ਮਿਲਿਓ, ਹੋਏ ਤਿਆਰ ਦਿੱਲੀਪੁਰ ਚੱਲਿਓ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਮਜਨੂ ਸੀਗਾ ਇੱਕ ਦਿਨ ਉਹਨੂੰ ਕੋਈ ਸਾਂਢਣੀ ਸਵਾਰ ਮਿਲ ਗਿਆ। ਉਹ ਦਿੱਲੀ ਨੂੰ ਜਾ ਰਿਹਾ ਸੀਗਾ, ਸਾਂਢਣੀ ਸਵਾਰ। ਹਾਂਜੀ। ਤਿਸ ਕੋ ਲਾਗਿਓ ਦੇਨ ਸੰਦੇਸਾ, ਕਹਿਤ ਕਹਿਤ ਇਹੋ ਪੰਥ ਅਸੇਸਾ। ਉਸ ਨੂੰ ਉਹ ਸੁਨੇਹਾ ਦੇਣ ਲੱਗਾ, ਕਹਿੰਦਾ ਵੀ ਜਾ ਉੱਥੇ ਦਿੱਲੀ ਲੈਲਾ ਰਹਿੰਦੀ ਹੈ, ਲੈਲਾ ਨੂੰ ਕਹੀਂ ਤੈਨੂੰ ਮਜਨੂ ਉਡੀਕਦਾ। ਸੰਦੇਸ਼ਾ ਦੇਣ ਲੱਗਾ, ਪਿਆਰ ਚ ਲੈਲਾ ਦੀਆਂ ਗੱਲਾਂ ਕਰਨ ਲੱਗਾ ਤੇ ਕਰਦਾ ਕਰਦਾ ਦਿੱਲੀ ਦੇ ਬਾਹਰ ਪਹੁੰਚ ਗਿਆ ਜੀ ਉਹ ਜੀ। ਹਾਂਜੀ। ਸੰਗ ਸੰਡਣੀ ਕੇ ਚੱਲ ਆਇਓ, ਉਹ ਨਾਲ ਹੀ ਚੱਲ ਕੇ ਆ ਗਿਆ ਜੀ ਦਿੱਲੀ ਤੱਕ। ਹਾਂਜੀ। ਸੁਧ ਬਿਨ ਧਰੇ ਬੇਗ ਅਸ ਧਾਇਓ। ਗੱਜ ਕੇ ਆਖੋ ਵਾਹਿਗੁਰੂ। ਤੇ ਛੇਤੀ ਛੇਤੀ ਪਿੱਛੇ ਪਿੱਛੇ ਦੌੜਿਆ ਵੀ ਮੇਰਾ ਸੰਦੇਸ਼ਾ ਲੈ ਜਾ। ਸਰੀਰ ਦੀ ਸੋਝੀ ਨਹੀਂ ਰਹੀ, ਪ੍ਰੇਮ ਵਿੱਚ ਮਸਤ ਹੋਇਆ ਸੀਗਾ। ਮਹਾਰਾਜ ਕਹਿੰਦੇ ਉਹ ਦਿੱਲੀ ਦੇ ਬਾਹਰ ਪਹੁੰਚ ਗਿਆ। ਕੌਣ ਸੁਣਾ ਰਿਹਾ ਕਥਾ? ਗੁਰੂ ਹਰਗੋਬਿੰਦ ਸਾਹਿਬ ਸੁਣਾ ਰਹੇ ਆ। ਹਾਂਜੀ। ਦਿੱਲੀ ਵਿਖੇ ਆਨ ਕਰ ਹੇਰੀ, ਲੈਲੀ ਮਿਲੀ ਜਬ ਇੱਕ ਬੇਰੀ। ਗੱਜ ਕੇ ਆਖੋ ਵਾਹਿਗੁਰੂ। ਤੇ ਜਦੋਂ ਉਹ ਦਿੱਲੀ ਪਹੁੰਚਿਆ ਉੱਥੋਂ ਉਹਨੂੰ ਇੱਕ ਦਿਨ ਲੈਲਾ ਮਿਲ ਪਈ। ਮਹਾਰਾਜ ਕਹਿੰਦੇ ਲੈਲਾ ਮਿਲ ਪਈ। ਹਾਂਜੀ। ਕੀਨਸ ਮਜਨੂ ਸਾਥ ਬਖਾਨ, ਤੇ ਲੈਲਾ ਨੇ ਮਜਨੂ ਨੂੰ ਇਸ ਤਰ੍ਹਾਂ ਆਖਿਆ। ਹਾਂਜੀ। ਅਬ ਤੂੰ ਖਰੋ ਰਹੋ ਇਸ ਥਾਨ, ਵੀ ਮਜਨੂ ਇੱਥੇ ਹੀ ਖਲੋ ਜਾ। ਹਾਂਜੀ। ਮਿਲੋਂ ਆਏ ਕਰ ਮੈਂ ਪੁਨ ਤੋਹੀ, ਮੈਂ ਦੁਬਾਰਾ ਆਵਾਂਗੀ ਤੇ ਤੈਨੂੰ ਇੱਥੇ ਆ ਕੇ ਮਿਲਾਂਗੀ। ਹਾਂਜੀ। ਰਹੋ ਉਡੀਕਤ ਇਸ ਥਲ ਮੋਹੀ, ਇਸ ਜਗ੍ਹਾ ਤੇ ਮੈਨੂੰ ਉਡੀਕਦਾ ਰਹੀਂ। ਹਾਂਜੀ। ਇਮ ਕਹਿ ਗਈ ਖਰੋ ਇਹ ਰਹਿਓ। ਗੱਜ ਕੇ ਆਖੋ ਵਾਹਿਗੁਰੂ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਿਆਰਿਓ ਲੈਲਾ ਤੇ ਚਲੇ ਗਈ ਤੇ ਮਜਨੂ ਇੱਥੇ ਖਲੋ ਗਿਆ ਜਿੱਥੇ ਆਪਣਾ ਆਸਣ ਹੈਗਾ। ਕਹਿਣ ਲੱਗੇ ਮਜਨੂ ਦਾ ਟਿੱਲਾ। ਹਾਂਜੀ। ਲੈਲਾ ਕੋ ਸਿਮਰਤ ਚਿਤ ਚਾਹਿਓ, ਉਹ ਉੱਥੇ ਖਲੋਤਾ ਹੀ ਲੈਲਾ ਨੂੰ ਚੇਤੇ ਕਰੀ ਜਾਂਦਾ ਵੀ ਲੈਲਾ ਨੇ ਕਿਹਾ ਸੀ ਇੱਥੇ ਖਲੋ, ਮੁੜ ਇੱਥੇ ਆ ਕੇ ਤੈਨੂੰ ਮਿਲਾਂਗੀ। ਹਾਂਜੀ। ਠਾਂਡੇ ਕੇਤਕ ਸੰਮਤ ਬੀਤੇ, ਖਲੋਤਾ ਰਿਹਾ ਖਲੋਤਾ ਰਿਹਾ ਖਲੋਤਾ ਰਿਹਾ। ਮਹਾਰਾਜ ਕਹਿੰਦੇ ਇੰਨਾ ਜ਼ਿਆਦਾ ਉਹਨੂੰ ਪ੍ਰੇਮ ਸੀਗਾ ਔਰ ਉਹਨੇ ਇੰਨਾ ਜ਼ਿਆਦਾ ਵਜਨ ਮੰਨਿਆ, ਖਲੋਤਿਆਂ ਖਲੋਤਿਆਂ ਨੂੰ ਕਈ ਸਾਲ ਲੰਘ ਗਏ ਜੀ ਉੱਥੇ ਜੀ ਪ੍ਰੇਮ ਜੀ। ਹਾਂਜੀ। ਨਹੀਂ ਦੇਹ ਕੀ ਸੁਧ ਕਬ ਲੀਤੇ, ਸਰੀਰ ਦੀ ਸੋਝੀ ਕੋਈ ਨਹੀਂ ਰਹੀ। ਕਹਿਣ ਲੱਗੇ ਕੋਈ ਸੋਝੀ ਨਹੀਂ ਰਹੀ ਜੀ। ਸਰੀਰ ਆਕੜ ਗਿਆ ਖਲੋਤਾ ਖਲੋਤਾ ਜੀ। ਹਾਂਜੀ। ਕਾਸ਼ਟ ਸਮ ਸੁਸਕਿਓ ਤਨ ਸਾਰੋ, ਲਾਗੇ ਇੱਕ ਰੁੱਖ ਨਾਲ ਢੋ ਲਾ ਲਈ ਜੀ ਤੇ ਰੁੱਖ ਦੇ ਨਾਲ ਲੱਗਾ ਲੱਗਾ ਕਹਿੰਦੇ ਸਰੀਰ ਮਾਨੋ ਲੱਕੜ ਵਰਗਾ ਹੀ ਸੁੱਕ ਗਿਆ ਇਹਦਾ। ਕਹਿਣ ਲੱਗੇ ਜੇ ਇਸਤਰੀ ਨਾਲ ਪ੍ਰੇਮ ਹੈ ਤੇ ਹੱਦ ਮੁਕਾ ਦਿੱਤੀ ਜੀ ਮਜਨੂ ਨੇ ਜੀ। ਹਾਂਜੀ। ਮਹਿ ਲੈਲਾ ਕਥ ਹਿਰਦੇ ਚਿਤਾਰੋ, ਲੈਲਾ ਨੂੰ ਮਹਾਰਾਜ ਕਹਿੰਦੇ ਚੇਤਾ ਭੁੱਲ ਗਿਆ। ਹੁਣ ਬਾਦਸ਼ਾਹ ਦੀ ਬੇਟੀ ਸੀਗੀ ਸਾਧ ਸੰਗਤ ਜੀ, ਉਹਦੇ ਨਹੀਂ ਯਾਦ ਚ ਰਿਹਾ। ਹਾਂਜੀ। ਪ੍ਰੇਮ ਸ਼ਕਤ ਤੇ ਪ੍ਰਾਨ ਨਾ ਗਏ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹਦੇ ਚ ਪ੍ਰੇਮ ਦੀ ਸ਼ਕਤੀ ਸੀਗੀ। ਪ੍ਰੇਮ ਦੀ ਸ਼ਕਤੀ ਕਰਕੇ ਉਹਦੇ ਪ੍ਰਾਣ ਨਹੀਂ ਗਏ, ਨਹੀਂ ਤੇ ਚਲੇ ਜਾਣੇ ਸਨ। ਇੰਨਾ ਲੰਮਾ ਸਮਾਂ ਖਲੋਤਾ ਰਹਿਣਾ। ਪਰ ਪ੍ਰੇਮ ਇੱਕ ਸ਼ਕਤੀ ਹੈ, ਉਹਦੇ ਕਰਕੇ ਉਹਦੇ ਪ੍ਰਾਣ ਨਹੀਂ ਗਏ। ਹਾਂਜੀ। ਅਧਿਕ ਇਕਾਗਰਤਾ ਮਨ ਲਏ, ਉਹਦਾ ਮਨ ਇਕਾਗਰ ਹੋ ਗਿਆ ਲੈਲਾ ਦੇ ਪ੍ਰੇਮ ਚ।
ਮਨ ਇਕਾਗਰ ਹੋਣਾ ਇੱਕ ਭਗਤੀ ਹੈ। ਆਖੋ ਵਾਹਿਗੁਰੂ। ਮਨ ਇਕਾਗਰ ਹੋ ਜਾਣਾ। ਇੱਕ ਸਿੱਖ ਨਾ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਨੂੰ ਨਾਮ ਦੀ ਦਾਤ ਦੇ ਦਿਓ, ਮੈਨੂੰ ਨਾਮ ਦੀ ਦਾਤ ਦੇ ਦਿਓ। ਮਹਾਰਾਜ ਕਹਿੰਦੇ ਦੇ ਦਿੰਦੇ ਆ, ਜਾ ਇੱਕ ਪੈਰ। ਕਿਤੇ ਇਤਿਹਾਸ 'ਚ ਇੱਕ ਘੜੀ ਵੀ ਲਿਖਿਆ, ਚਲੋ ਇੱਕ ਘੜੀ ਦੀ ਗੱਲ ਕਰ ਲਈਏ। ਮਹਾਰਾਜ ਕਹਿੰਦੇ ਇੰਨਾ ਸਮਾਂ ਨਾ ਇਕਾਗਰ ਹੋ ਕੇ ਬਹਿਣਾ ਤੇ ਮਨ 'ਚ ਕੋਈ ਫੁਰਨਾ ਨਹੀਂ ਬਣਾਉਣਾ ਜੀ। ਉਹ ਬੈਠਾ ਜੀ, ਬੜਾ ਯਤਨ ਕੀਤਾ ਤੇ ਮਨ ਇਕਾਗਰ ਨਾ ਹੋਵੇ ਜੀ। ਕਦੀ ਕੋਈ ਸੋਚ ਤੁਰ ਪਏ, ਕਦੀ ਕੋਈ ਸੋਚ ਤੁਰ ਪਏ, ਕਦੀ ਕੋਈ ਸੋਚ ਤੁਰ ਪਏ। ਆ ਕੇ ਕਹਿੰਦਾ, ਮਹਾਰਾਜ ਮੈਂ ਨਾਮ ਦੀ ਦਾਤ ਦੇ ਯੋਗ ਨਹੀਂ ਹੈਗਾ, ਮੈਨੂੰ ਨਹੀਂ ਨਾਮ ਦੀ ਦਾਤ ਮਹਾਰਾਜ ਮਿਲ ਸਕਦੀ, ਬਸ ਤੁਸੀਂ ਮਿਹਰ ਕਰ ਦਿਓ। ਜਦੋਂ ਉਹਨੇ ਕਿਹਾ ਮਿਹਰ ਕਰ ਦਿਓ, ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਦਾਤ ਦੇ ਦਿੱਤੀ ਜੀ। ਫਿਰ ਉਹਨੂੰ ਇਕਾਗਰ ਮਨ ਹੋਣਾ ਬੜੀ ਵੱਡੀ ਗੱਲ ਹੈ। ਉਹਦਾ ਮਨ ਇਕਾਗਰ ਹੋ ਗਿਆ ਜੀ, ਇੱਕ ਟਿੱਕੀ ਲੱਗ ਗਈ ਜੀ ਉਹਨੂੰ। ਹਾਂਜੀ। ਸ਼ੁਸ਼ਕ ਖੁੰਡ ਸੋ ਲੱਗ ਕਰ ਠਾਡੋ। ਆਖੋ ਵਾਹਿਗੁਰੂ। ਵਾਹਿਗੁਰੂ। ਲਾਗੇ ਖੋਲ ਸੀਗਾ ਜੀ, ਕਹਿ ਲਈਏ ਰੁੱਖ ਵਿੱਚ, ਉਹਦੇ ਨਾਲ ਖਲੋਤਾ ਪਿਆ ਸੀਗਾ ਤੇ ਲੱਕੜ ਦਾ ਹੀ ਰੂਪ ਹੋਇਆ ਪਿਆ ਸੀਗਾ ਜੀ। ਹਾਂਜੀ। ਲੈਲਾ ਪ੍ਰੇਮ ਭਇਓ ਦ੍ਰਿਗ ਗਾਡੋ। ਬਹੁਤਾ ਹੀ ਪ੍ਰੇਮ ਲੈਲਾ ਦੇ ਪਰਥਾਏ ਮਹਾਰਾਜ ਕਹਿੰਦੇ ਉਹਦੇ ਮਨ 'ਚ ਪੈਦਾ ਹੋਇਆ ਜੀ। ਹਾਂਜੀ। ਇੱਕ ਬਾਢੀ ਤਿਸ ਥਲ ਚੱਲ ਆਇਓ। ਉੱਥੇ ਇੱਕ ਲੱਕੜਹਾਰਾ ਚੱਲ ਕੇ ਆ ਗਿਆ ਜੀ, ਲੱਕੜਾਂ ਵੱਢਣ ਵਾਸਤੇ ਜੀ। ਜਾਣਿਓ ਕਾਠ ਕੁਠਾਰ ਚਲਾਇਓ। ਇਹ ਹੁਣ ਉਹਦੇ ਵਿੱਚ ਸੀਗਾ ਜੀ। ਹਾਂਜੀ। ਐ ਢੋਲ ਆਈ ਸੀ ਲੱਕੜ ਨਾਲ, ਉੱਥੇ ਹੀ ਖਲੋਤਾ ਸੀ। ਕਮਾਲ ਦੀ ਗੱਲ। ਲੈਲਾ ਨੇ ਕਿਹਾ ਖਲੋ ਜਾ, ਤੇ ਖਲੋਤਾ ਹੀ ਰਹਿ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਛੋਟੀ ਭਗਤੀ ਹੈ ਜੀ। ਜਦੋਂ ਢੋਲ ਆਈ ਪਿੱਛੋਂ ਲੱਕੜ ਵੱਢ ਰਿਹਾ ਵੱਢ ਰਿਹਾ ਵੱਢ ਰਿਹਾ, ਤੇ ਵੱਢਦਿਆਂ ਵੱਢਦਿਆਂ ਇਹਦੇ ਲੱਕ ਨੂੰ ਕੁਹਾੜੀ ਵੱਜੀ ਜੀ। ਹਾਂਜੀ। ਲੱਗਿਓ ਦੇਹ ਮੈਂ ਤਬ ਸੁਧ ਪਾਈ। ਫੇਰ ਇਹਨੂੰ ਸੋਝੀ ਆਈ ਜੀ, ਮਨ ਇਕਾਗਰ ਹੋ ਗਿਆ, ਜੁੜਿਆ ਪਿਆ ਸੀਗਾ ਜੀ। ਫੇਰ ਇਹਨੂੰ ਸੋਝੀ ਆਈ। ਮਹਾਰਾਜ ਕਹਿੰਦੇ ਜਦੋਂ ਕੁਹਾੜਾ ਵੱਜਾ ਨਾ ਪਿੱਛੋਂ, ਇਹਨੂੰ ਸੁਧ ਆਈ। ਕਹੋ ਲੈਲਾ ਤੂੰ ਹੈ ਅਬ ਆਈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਖੋਲ ਕੇ ਅੱਖਾਂ, ਕਹਿੰਦਾ ਲੈਲਾ ਤੂੰ ਆ ਗਈ ਹੈ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ। ਪ੍ਰਥਮ ਤਾਸ ਕਰ ਪੁੰਨ ਤਿਸ ਜਾਨਾ। ਹੈ ਮਜਨੂ ਠਾਡੋ ਇਸ ਥਾਨਾ। ਤੇ ਸਾਧ ਸੰਗਤ ਜੀ ਮਹਾਰਾਜ ਦੱਸ ਰਹੇ ਆ, ਕਹਿੰਦੇ ਫਿਰ ਉਹਨੇ ਉਹ ਲੱਕੜਾ ਦਾ ਡਰ ਗਿਆ ਵੀ ਲੱਕੜ ਚੋਂ ਆਵਾਜ਼ ਕਿੱਥੋਂ ਆ ਗਈ। ਅੱਗੇ ਹੋ ਕੇ ਵੇਖਿਆ ਵਿੱਚ ਮਜਨੂ ਖਲੋਤਾ ਹੈ। ਹਾਂਜੀ। ਦਈ ਸ਼ਾਹ ਕੋ ਸੁਧ ਸੁਨ ਡਰਿਓ। ਉਹਨੇ ਫਿਰ ਬਾਦਸ਼ਾਹ ਨੂੰ ਗੱਲ ਦੱਸੀ ਵੀ ਬਾਦਸ਼ਾਹ ਤੁਹਾਡੀ ਧੀ ਨੂੰ ਯਾਦ ਕਰਦਾ ਮਜਨੂ ਖਲੋਤਾ, ਉੱਥੇ ਮਜਨੂ ਖਲੋਤਾ। ਹਾਂਜੀ। ਲੈਲਾ ਕੋ ਭੇਜਨ ਤਬ ਕਰਿਓ। ਤੇ ਲੈਲਾ ਕੋ ਭੇਜਨ ਤਬ ਕਰਿਓ। ਬਾਦਸ਼ਾਹ ਨੇ ਵੇਖਿਆ ਵੀ ਖਲੋਤਾ ਮਾਰੀ ਨਾ ਜਾਵੇ, ਤੇ ਗੁਰੂ ਹਰਗੋਬਿੰਦ ਸਾਹਿਬ ਮੁਖੋਂ ਸੁਣਾ ਰਹੇ, ਕਹਿੰਦੇ ਫਿਰ ਬਾਦਸ਼ਾਹ ਨੇ ਲੈਲਾ ਨੂੰ ਭੇਜਿਆ ਵੀ ਜਾ ਉਹਨੂੰ ਮਿਲ ਕੇ ਆ। ਹਾਂਜੀ। ਜਾਏ ਦਰਸ ਜਬ ਆਪਨੋ ਦੀਨੋ। ਜਦੋਂ ਲੈਲਾ ਨੂੰ ਪਤਾ ਲੱਗਾ, ਲੈਲਾ ਕਹਿੰਦੀ ਓਹੋ ਮੈਂ ਹੀ ਉਹਨੂੰ ਕਿਹਾ ਸੀ ਵੀ ਖਲੋ ਉੱਥੇ, ਮੈਂ ਤੈਨੂੰ ਮਿਲਣ ਆਵਾਂਗੀ। ਇਹ ਉਦੋਂ ਦਾ ਹੀ ਖਲੋਤਾ ਹੈ। ਲੈਲਾ ਵੀ ਬਹੁਤ ਹੈਰਾਨ ਹੋਈ, ਤੇ ਸਤਿਗੁਰੂ ਕਹਿਣ ਲੱਗੇ ਫਿਰ ਜਦੋਂ ਲੈਲਾ ਪਹੁੰਚੀ ਨਾ ਮਜਨੂ ਦੇ ਕੋਲ, ਹਾਂਜੀ, ਪ੍ਰੇਮ ਰੰਗ ਮਹਿ ਸਗਰੋ ਪੀਨੋ। ਤੇ ਉਸ ਸਮੇਂ ਮਜਨੂ ਪ੍ਰੇਮ ਦੇ ਰੰਗ ਵਿੱਚ ਭਿੱਜਾ ਪਿਆ ਸੀਗਾ ਜੀ। ਹਾਂਜੀ। ਸਭ ਦਿਸ਼ ਤੇ ਬ੍ਰਿਤ ਇਕੱਠੀ ਕਰਕੇ। ਧਿਆਨ ਖਿੰਡਿਆ ਨਹੀਂ ਸੀਗਾ ਉਹਦਾ ਜੀ, ਸਾਰੇ ਪਾਸੋਂ ਧਿਆਨ ਇਕੱਠਾ ਕਰ ਲਿਆ ਜੀ ਉਹਨੇ ਜੀ, ਸਾਰੇ ਪਾਸਿਓਂ ਜੀ। ਲੱਗਿਓ ਪਰਮੇਸ਼ਰ ਸੰਗ ਵਿਚਰਕ। ਲੱਗਿਓ ਪਰਮੇਸ਼ਰ ਸੰਗ ਵਿਚਰਕ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਲੈਲਾ ਮਿਲੀ। ਜਦੋਂ ਲੈਲਾ ਮਿਲੀ ਇੱਕਦਮ ਉਹਦਾ ਧਿਆਨ ਪਰਮੇਸ਼ਰ ਦੇ ਵਿੱਚ ਗਿਆ। ਮਿਲੀ ਲੈਲਾ, ਪਰ ਪਰਮੇਸ਼ਰ ਦੇ ਵਿੱਚ ਜਦੋਂ ਧਿਆਨ ਗਿਆ, ਉਸ ਦਿਨ ਤੋਂ ਲੈਲਾ ਤੋਂ ਤੇ ਧਿਆਨ ਟੁੱਟ ਗਿਆ ਤੇ ਪੱਕਾ ਹੀ ਪਰਮੇਸ਼ਰ ਵਿੱਚ ਜੁੜ ਗਿਆ।
ਪੱਕਾ ਪਰਮੇਸ਼ਰ 'ਚ ਜੁੜ ਗਿਆ। ਵੇਖੋ ਕਈ ਵਾਰੀ ਬੰਦਾ ਕਿੱਥੋਂ ਸ਼ੁਰੂ ਹੁੰਦਾ ਹੈ ਪਰ ਜੁੜ ਕਿੱਥੇ ਜਾਂਦਾ ਹੈ। ਕੀ ਇੱਕ ਮਿੱਟੀ ਦੇ ਪੁਤਲੀ ਦੇ ਮਗਰ, ਮਾਸ ਦੀ ਪੁਤਲੀ ਦੇ ਮਗਰ ਤੁਰਿਆ ਸੀ ਪਰ ਪਹੁੰਚ ਗਿਆ ਰੱਬ ਕੋਲ। ਉਹ ਮੈਂ ਅੱਗੇ ਤੁਹਾਨੂੰ ਇੱਕ ਦਿਨ ਸਾਖੀ ਸੁਣਾਈ ਸੀ, ਹਿੰਟ ਮਾੜਾ ਜਿਹਾ ਦੇ ਦੇਣਾ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਕੋਲ ਪਠਾਨ ਆਇਆ ਸੀਗਾ। ਉਹਨੇ ਕਿਹਾ ਸੀਗਾ ਕਿ ਮਹਾਂਪੁਰਖੋ ਆ ਇੱਕ ਇਸਤਰੀ ਨਾਲ ਨਿਕਾਹ ਕਰਾਉਣਾ ਹੈ, ਤੇ ਉਹ ਸਹਿਮਤੀ ਨਹੀਂ ਦੇ ਰਹੀ। ਤੇ ਮਹਾਂਪੁਰਖਾਂ ਨੇ ਕਿਹਾ ਸੀ ਜਾ ਫਿਰ ਅੰਮ੍ਰਿਤ ਵੇਲੇ ਮਸੀਤ 'ਚ ਜਾ ਕੇ ਅੱਲਾਹੂ ਅੱਲਾਹੂ ਇੱਕ ਪੈਰ ਜਪਿਆ ਕਰ। ਉਹ ਜਪਣਾ ਤੇ ਸ਼ੁਰੂ ਹੋਇਆ ਬੀਬੀ ਦੇ ਚੱਕਰ 'ਚ, ਪਰ ਸਾਧ ਸੰਗਤ ਜੀ ਜੁੜ ਅੱਲਾਹੂ ਦੇ ਨਾਲ ਹੀ ਗਿਆ ਜੀ, ਰੱਬ ਨਾਲ ਹੀ ਜੁੜ ਗਿਆ ਜੀ। ਉਹ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਪਰਮੇਸ਼ਰ ਨਾਲ ਰੰਗ ਜੁੜ ਗਿਆ ਉਹਦਾ। ਹਾਂਜੀ। ਲੈਲਾ ਦਿਸ਼ਤਰੇ ਪ੍ਰੇਮ ਉਖਾਰਾ, ਲੈਲਾ ਦਿਸ਼ਤੇ ਪ੍ਰੇਮ ਉਖਾਰਾ। ਲੈਲਾ ਵਾਲੇ ਪਾਸਿਓਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹਦਾ ਧਿਆਨ ਹੀ ਟੁੱਟ ਗਿਆ ਜੀ। ਹਾਂਜੀ। ਪ੍ਰਭ ਸੋ ਲੱਗੀ ਬ੍ਰਿਤ ਇੱਕ ਸਾਰਾ, ਤੇ ਵਾਹਿਗੁਰੂ ਦੇ ਨਾਲ ਬਿਰਤੀ ਜੁੜ ਗਈ, ਧਿਆਨ ਜੁੜ ਗਿਆ ਤੇ ਇੱਕ ਸਾਰ ਧਿਆਨ ਜੁੜਿਆ ਜੀ। ਭਇਓ ਸੰਤ ਪੂਰਨ ਇਸ ਥਾਨ। ਮਹਾਰਾਜ ਕਹਿੰਦੇ ਫਿਰ ਉਹ ਇੱਥੇ ਹੀ ਰਿਹਾ ਜਿੱਥੇ ਲੱਕੜ ਦਾ ਆਸਰੇ ਨਾਲ ਖਲੋਤਾ ਸੀ ਨਾ, ਫਿਰ ਉਹ ਇੱਥੇ ਰਿਹਾ। ਉਹਨੇ ਇੰਨਾ ਪਰਮੇਸ਼ਰ ਦਾ ਨਾਮ ਜਪਿਆ, ਸੰਤ ਰੂਪ ਹੋ ਗਿਆ, ਸੰਤ ਰੂਪ, ਸੰਤ ਹੀ ਬਣ ਗਿਆ। ਹਾਂਜੀ। ਇਮ ਸਤਿਗੁਰ ਨੇ ਕੀਨ ਬਖਾਨ। ਇਸ ਤਰੀਕੇ ਨਾਲ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਮਜਨੂ ਤੇ ਲੈਲਾ ਦੀ ਗੱਲ ਸੁਣਾਈ ਸਿੱਖਾਂ ਨੂੰ ਜੀ। ਹਾਂਜੀ, ਕਮਾਲ ਦੀ ਗੱਲ ਹੈ। ਪ੍ਰੇਮ ਹੋਵੇ ਤੇ ਐਸਾ ਹੋਵੇ ਜੀ। ਉਹਨੇ ਲੈਲਾ ਨੇ ਕਿਹਾ ਖਲੋ ਜਾ, ਉਹ ਖਲੋਤਾ ਤੇ ਕਈ ਸਾਲ ਖਲੋਤਾ ਹੀ ਰਹਿ ਗਿਆ ਜੀ। ਬਚਨ ਮੰਨ ਲਿਆ। ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਤਖਤ ਤੇ ਬਿਠਾਇਆ ਸੀਗਾ ਜੀ। ਮਹਾਰਾਜ ਦੇ ਜੀਵਨ ਦੀ ਕਥਾ ਗੁਰਪੁਰਬ ਤੇ ਹੋਣੀ ਹੈ, ਗੁਰੂ ਰਾਮਦਾਸ ਜੀ ਦੇ। ਬਸ ਗੁਰੂ ਰਾਮਦਾਸ ਜੀ ਦੀ ਜਿਹੜੀ ਕਥਾ ਹੈ ਨਾ, ਪਹਿਲਾ ਜੀਵਨ ਗੁਰਤਾ ਗੱਦੀ ਤੋਂ ਪਹਿਲਾਂ 21 ਸਾਲ ਸੇਵਾ ਵਿੱਚ ਲਾਏ ਜੀ ਮਹਾਰਾਜ ਨੇ ਜੀ। ਤੇ 21 ਸਾਲ ਨਾ ਕੋਈ ਗੁੱਸਾ ਤੇ ਨਾ ਕੋਈ ਗਿਲਾ, ਅੱਠੇ ਪੈਰ ਸੇਵਾ ਚ ਮਗਨ। ਬੜੀਆਂ ਪ੍ਰੀਖਿਆਵਾਂ ਹੋਈਆਂ ਜੀ। ਤੇ ਸਭ ਬਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਜਦੋਂ ਮਹਾਰਾਜ ਦਾ ਮਨ ਸਾਰੇ ਪਾਸੋਂ ਮੰਨ ਗਿਆ, ਫਿਰ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ। ਤੇ ਪੁੱਛਿਆ ਪੁਰਖਾ ਅਵਸਥਾ ਕੀ ਹੈ? ਤੇ ਗੁਰੂ ਰਾਮਦਾਸ ਜੀ ਕਹਿੰਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता, गुर सतगुर संग कीरे हम थापे। गुर दा गद्दी दिती, अपनी आयु भी बख्शिश की महाराज ने जी। 6 महीने 6 साल कुछ महीने महाराज ने अपनी आयु भी बख्शिश की जी। बड़ी लंबी कथा है साध संगत जी। महाराज सच्चे पातशाह जी की गुरता गद्दी थी। बाबा मोहरी जी ने झुक के नमस्कार की जी। महाराज कहते मोहरी तू सब दा मोहरी होया। सो प्रेम होवे ऐसा होवे जी जैसा गुरु अमरदास जी दे नाल गुरु रामदास जी ने कीता जी। महाराज कहते मजनू जेड़ा वो फिर जुड़ गया परमेश्वर नाल जी। हाँ जी। सुन कर सिखन लखियो प्रसंग। सुन के सिखा ने प्रसंग समझिया भी मजनू दा टिल्ला क्यों है,
इत्थे मजनू ने बह के परमेश्वर की भगती की। हुण जिन्ने भी है लैला मजनू का किस्सा सुनाउण वाले, लैला की गल तो करोड़ करोड़ के सुणाउंदे आ, ये नहीं सुणाउंदे भी मजनू ने रब की भी भगती की जी। आखो वाहिगुरु। ये नहीं सुणाउंदे, लैला की गल बड़ी करोड़ के सुनाउणगे। हाँ जी। पुन तिस थल ते चढ़े तुरंग, उथों फिर महाराज सच्चे पातशाह घोड़े ते चढ़ गए, आन बिराजे अपने डेरे, ते मुड़ मजनू दे टिल्ले अपने डेरे ते आके सच्चे पातशाह सज गए। खान पान निस करयो बसेरे, ते महाराज गरीब नवाज सच्चे पातशाह जी ने जल पानी छकिया, प्रसादा छकिया, ते रात फिर सतगुरां ने आराम किया। अगों कथा साध संगत जी आपां कल नूं सरवण करांगे। सतगुरु सच्चे पातशाह साडे ते किरपा करन, बख्शिश करन। धन गुरु रामदास जी दा अज गुरता गद्दी दिन है। अज दे दिन गुरु रामदास जी गुरुआं दे गुरु, साडे सतगुरु, साडे शहर दे मालक, सदा निमरता विच रहण वाले धन धन गुरु रामदास जी गुरता गद्दी ते बैठे ने जी। आखो वाहिगुरु। ते महाराज रामदास कौन है? ये सुखमणी साहब च दसदे, ऐसी जुगत नानक रामदास। रामदास किनू कहंदे आ? ये सारा शब्द गुरु अर्जन देव जी ने सुखमणी साहब दे विच उचारिया है जी। गुरु रामदास जी गुरता गद्दी ते बैठे, साडा शहर वसिया है जी। जे महाराज गुरता गद्दी ते ना बैठदे इन्ने राज आनंद कित्थों बनने सीगे जी। ते बेनती करां, अज भी गुरु रामदास जी गुरता गद्दी ते ही हन। हरमंदर साहब अज भी महाराज सच्चे पातशाह प्रतख हन। पिछले दिन ही तुसीं सुनिया होएगा, एक बच्ची जिहड़ी हिंदू परिवार दी है, उहदा कैंसर सही होया सीगा जी। पिछले दिन ही, थोड़े दिन हो गए जी। महाराज सच्चे पातशाह ने मेहर की, अज भी उत्थे कला वरतदी है। धन गुरु रामदास साहब सच्चे पातशाह साडे ते मेहर करन, किरपा करन, बख्शिश करन। सोढी सुल्तान जी दी महिमा, सोढी सुल्तान जी दी सिफत साडे हिरदे विच वस जावे। होइयां भुल्लां चुक्कां दी आप जी खिमा बख्शिश करनी। लो हुण प्रेम नाल 2-4 मिनट गुर मंत्र दा जाप कर लो, फिर अरदास खिमा मंगे। कोई रसना वांझी ना रहे। ऐ चौंकड़ियां मार के बैठिए सारे। सुरत जिहड़ी है वो नाम विच रखनी है। जीभ तो बोलना है, कन्नां तो सुनना है। लख सीधे करके बड़े प्रेम नाल मिठी मिठी आवाज विच नाम जपना। परमेश्वर नूं आवाज़ां ही मारनियां साध संगत। वाहिगुरु 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 प्रेम नाल गज के वाहिगुरु वाहिगुरु
ਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਨਾਮ ਜਪਣ ਦੀਆਂ ਦਾਤਾਂ ਬਖਸ਼ਣ। ਪਰਮ ਸ਼ਾਂਤੀ ਪਰਮੇਸ਼ਰ ਦੇ ਨਾਮ ਵਿੱਚ ਹੈ। ਤੇ ਭੱਟ ਜੀ ਲਿਖਦੇ ਆ, ਅੱਜ ਸਤਿਗੁਰੂ ਜੀ ਦਾ ਗੁਰਤਾ ਗੱਦੀ ਆ। ਭੱਟ ਜੀ ਲਿਖਦੇ, ਗੁਰੂ ਰਾਮਦਾਸ ਜੀ ਤੁਹਾਡੇ ਰੋਮ ਰੋਮ ਵਿੱਚ ਨਾਮ ਸਮਾਇਆ ਹੋਇਆ ਸੀ। ਥੋੜਾ ਸਮਾਂ ਕੋਈ ਜਪਦਾ ਉਹਨੂੰ ਸ਼ਾਂਤੀ ਮਿਲਦੀ ਹੈ, ਤੇ ਗੁਰੂ ਰਾਮਦਾਸ ਜੀ ਦੇ ਤੇ ਰੋਮ ਰੋਮ ਵਿੱਚ ਸਾਧ ਸੰਗਤ ਜੀ ਨਾਮ ਸਮਾਇਆ ਹੋਇਆ ਸੀ। ਤੁਸੀਂ ਵੇਖੋ ਮਹਾਰਾਜ ਦੇ ਮਨ ਚ ਕਿੰਨੀ ਸ਼ਾਂਤੀ ਹੋਏਗੀ, ਪਰਮ ਸ਼ਾਂਤੀ ਹੋਏਗੀ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਬਿਓ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਇਹ ਸਾਰੀ ਅਵਸਥਾ ਗੁਰੂ ਰਾਮਦਾਸ ਜੀ ਦੀ ਸੀਗੀ। ਜੇ ਉਹਨਾਂ ਨੇ ਪਿਆਰ ਕੀਤਾ ਆਪਣੇ ਸਤਿਗੁਰੂ ਨਾਲ ਕੀਤਾ, ਪਰਮੇਸ਼ਰ ਨਾਲ ਕੀਤਾ। ਮਹਾਰਾਜ ਜੀ ਦੀ ਭਗਤੀ ਕਹਿੰਦੇ, ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬਹੁੜ ਜੀਵਾਇਆ ਰਾਮ। ਕਹਿੰਦੇ ਮੇਰੀਏ ਜਿੰਦੇ ਗੁਰੂ ਅਮਰਦਾਸ ਜੀ ਨੇ ਮੇਰੇ ਮੁਖ ਚ ਨਾਮ ਦਾ ਅੰਮ੍ਰਿਤ ਚੋ ਦਿੱਤਾ। ਕਹਿਣ ਲੱਗੇ ਤੇ ਗੁਰੂ ਜਦੋਂ ਕਿਸੇ ਦੇ ਮੁਖ ਚ ਨਾਮ ਦੀ ਬੂੰਦ ਪਾ ਦੇਵੇ ਨਾ, ਕਹਿੰਦੇ ਆਤਮਕ ਮੌਤੇ ਜਿਹੜਾ ਮਰ ਰਿਹਾ ਹੁੰਦਾ ਉਹ ਜੀ ਪੈਂਦਾ ਮਹਾਰਾਜ ਦਾ। ਤੇ ਬਾਹਰੀ ਅਰਥ ਵੀ ਨੇ, ਬਾਹਰੀ ਰੂਪ ਚ ਵੀ ਸਤਿਗੁਰੂ ਅੰਮ੍ਰਿਤ ਦੀ ਬੂੰਦ ਜਿਹਦੇ ਮੂੰਹ ਚ ਪਾ ਦੇਣ, ਮਰਦੇ ਹੋਏ ਨੂੰ ਜਿਉਂਦਾ ਕਰ ਦਿੰਦੇ ਮਹਾਰਾਜ। ਗੁਰੂ ਰਾਮਦਾਸ ਸਾਹਿਬ ਜਯੋ ਜਯੋ ਜਿਨ੍ਹਾਂ ਦੀ ਜਗਤ ਵਿੱਚ ਹੈ। ਅੱਜ ਮੇਰੇ ਸਤਿਗੁਰੂ ਜੀ ਦੇ ਗੁਰਤਾ ਗੱਦੀ ਤੇ ਬੈਠੇ ਆ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਕਹਿੰਦੇ ਪਹਿਲੇ ਸਮੇਂ ਵਿੱਚ ਬੇਦੀਆਂ ਨੂੰ ਰਾਜ ਦਿੱਤਾ ਸੀਗਾ। ਉਹ ਰਾਜ ਜਿਹੜਾ ਹੁਣ ਗੁਰੂ ਰਾਮਦਾਸ ਜੀ ਨੂੰ ਮਿਲਿਆ, ਬਿਨਾਂ ਕੁਝ ਦਿੱਤਾ ਹੋਇਆ ਕਿਸੇ ਨੂੰ ਹੱਥ ਨਹੀਂ ਮਿਲਦਾ। ਜੋ ਤੁਹਾਨੂੰ ਹੁਣ ਮਿਲ ਰਿਹਾ ਸਮਝੋ ਪਿਛਲੇ ਜਨਮ ਚ ਦਿੱਤਾ ਤੁਸੀਂ ਕਿਸੇ ਨੂੰ। ਦਿੱਤਾ ਲਈਆ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਪੂਰੇ ਸ਼ਬਦ ਵਿੱਚ ਮਹਾਰਾਜ ਨੇ ਸਾਰੀ ਕਥਾ ਲਿਖੀ ਹੈ। ਹੁਣ ਇਹ ਕਥਾ ਵਾਸਤੇ ਦਸਮ ਗ੍ਰੰਥ ਸਾਹਿਬ ਪੜ੍ਹਨੇ ਪੈਣੇ ਸਾਨੂੰ। ਦਸਮ ਗ੍ਰੰਥ ਚ ਸਾਰੀ ਗੱਲ ਦਿੱਤੀ। ਦਿੱਤਾ ਲਈਆ ਆਪਣਾ ਕੀ ਹੈ। ਤੇ ਭਾਈ ਗੁਰਦਾਸ ਜੀ ਲਿਖਦੇ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ। ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਿਓ। ਸਾਰਿਆਂ ਨੂੰ ਗੁਰੂ ਜੀ ਦੇ ਗੁਰਤਾ ਗੱਦੀ ਦੀ ਵਧਾਈ ਹੋਵੇ ਜੀ। ਤੇ ਜਿਵੇਂ ਅੱਜ 18 ਤਰੀਕ ਨੂੰ ਗੁਰਤਾ ਗੱਦੀ ਹੈ, 20 ਨੂੰ ਮਹਾਰਾਜ ਦਾ ਜੋਤੀ ਜੋਤ ਗੁਰੂ ਅਮਰਦਾਸ ਜੀ ਦਾ। 2 ਦਿਨ ਬਾਅਦ ਸਰੀਰ ਤਿਆਗਿਆ। 2 ਦਿਨ ਬਾਅਦ ਮਹਾਰਾਜ ਜੀ ਦੀ ਮਿਹਰ ਨਾਲ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਤੇ ਅੱਜ ਵੀ ਉੱਥੇ ਮੇਲਾ ਲੱਗਦਾ, ਬਹੁਤ ਵੱਡਾ ਮੇਲਾ ਲੱਗਦਾ। ਔਰ ਉਸ ਜੋਤੀ ਜੋਤ ਦਾ ਮੇਲਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਵੀ ਉੱਥੇ ਜਾ ਕੇ ਸੇਵਾ ਕੀਤੀ। ਤੁਸੀਂ ਕਥਾ ਸੁਣੀ ਸੀ ਨਾ, ਮਹਾਰਾਜ ਬਾਬਾ ਮਹਾਦੇਵ ਜੀ ਜਾ ਰਹੇ, ਗੁਰੂ ਅਰਜਨ ਸਾਹਿਬ ਕਹਿੰਦੇ ਕਿੱਥੇ ਚੱਲੇ ਹੋ? ਕਹਿੰਦੇ ਜੀ ਜਗ ਮੇਲਾ ਆ ਗਿਆ, ਗੁਰੂ ਅਮਰਦਾਸ ਸਾਹਿਬ ਜੀ ਦੀ ਬਰਸੀ ਆਈ। ਮਹਾਰਾਜ ਕਹਿੰਦੇ ਅਸੀਂ ਵੀ ਜਾਵਾਂਗੇ। ਉੱਥੇ ਫਿਰ ਬਾਬਾ ਮਹਾਦੇਵ ਜੀ ਨੇ ਸਰੀਰ ਤਿਆਗਿਆ ਸੀਗਾ।
कथा लंघी है पिछे। सो संगत जी शायद महाराज मेहर कर गोइंदवाल साहब शाम ਨੂੰ ਉੱਥੇ ਦੀਵਾਨ ਵਿੱਚ ਕਥਾ ਕਰਨੀ ਹੈ। ਸੋ ਮਹਾਰਾਜ ਕਿਰਪਾ ਕਰਨ परसों ਨੂੰ ਫਿਰ ਸਤਿਗੁਰੂ ਜੀ ਦਾ ਜੋਤੀ ਜੋਤ ਦੇਣਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ